ਅੱਜ ਦੀ ਫਿਜ਼ਿਕਸ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕੰਜ਼ਰਵੇਸ਼ਨ ਲਾਜ਼ ਬਾਰੇ ਪੜ੍ਹਾਂਗੇ। ਕੀ ਹੁੰਦੇ ਨੇ ਕੰਜ਼ਰਵੇਸ਼ਨ ਲਾਜ਼? ਜਿਸ ਤਰੀਕੇ ਦੇ ਨਾਲ ਆਪਾਂ ਪਿਛਲੇ 2 ਲੈਕਚਰਸ ਦੇ ਵਿੱਚ ਫਿਜ਼ਿਕਸ ਸਬਜੈਕਟ ਬਾਰੇ ਜਾਣਕਾਰੀ ਲਈ ਸੀ ਅਤੇ ਇਹ ਪੜ੍ਹਿਆ ਸੀ ਕਿ ਕੁਝ ਫੋਰਸਿਸ ਐਕਟ ਕਰਦੀਆਂ ਨੇ ਕੁਦਰਤ ਦੇ ਵਿੱਚ ਜਿਨ੍ਹਾਂ ਦੇ ਆਧਾਰ ਦੇ ਉੱਤੇ ਸਾਰੇ ਯੂਨੀਵਰਸ ਦੇ ਵਿੱਚ ਪਲੈਨਟਸ ਇੱਕ ਦੂਸਰੇ ਦੇ ਆਲੇ ਦੁਆਲੇ ਘੁੰਮਦੇ ਨੇ ਅਤੇ ਸਾਡੇ ਹੋਰ ਜੋ ਵੀ ਸਿਸਟਮ ਜਿਸ ਨੂੰ ਅਸੀਂ ਕੁਦਰਤ ਕਹਿ ਦਿੰਦੇ ਹਾਂ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਉਸੇ ਲੜੀ ਦੇ ਵਿੱਚ ਕੁਦਰਤ ਦੇ ਵਿੱਚ ਕੁਝ ਅਜਿਹੇ ਨਿਯਮ ਬਣੇ ਹੋਏ ਨੇ ਪਹਿਲਾਂ ਤੋਂ ਹੀ, ਜਦੋਂ ਦੀ ਇਹ ਸ੍ਰਿਸ਼ਟੀ ਪੈਦਾ ਹੋਈ ਆ, ਜਿਨ੍ਹਾਂ ਨਿਯਮਾਂ ਦੇ ਆਧਾਰ ਦੇ ਉੱਤੇ ਸਾਰੇ ਸਿਸਟਮ ਵਰਕ ਕਰਦੇ ਆ ਅਤੇ ਜੇਕਰ ਉਹ ਨਿਯਮ ਨਾ ਹੋਣ ਤਾਂ ਕੁਦਰਤ ਦਾ ਜੋ ਸਿਸਟਮ ਹੈ ਉਹ ਫੇਲ ਹੋ ਸਕਦਾ ਹੈ, ਕੁਝ ਵੀ ਪੋਸੀਬਲ ਨਹੀਂ ਰਹੇਗਾ। ਸੋ ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਵੀ ਕਿਹੜੇ ਕਿਹੜੇ ਨਿਯਮ ਕੁਦਰਤ ਦੇ ਵਿੱਚ ਚੱਲ ਰਹੇ ਨੇ। ਤੋ ਅਸੀਂ 3 ਨਿਯਮ ਪੜ੍ਹਾਂਗੇ। ਸਭ ਤੋਂ ਪਹਿਲਾ ਹੈ ਲਾਅ ਆਫ ਕੰਜ਼ਰਵੇਸ਼ਨ ਆਫ ਚਾਰਜ। ਇਸ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਲਾਅ ਹੁੰਦਾ ਕੀ ਹੈ, ਕਿਸ ਚੀਜ਼ ਨੂੰ ਅਸੀਂ ਇੱਕ ਨਿਯਮ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਬੱਚੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਨਿਯਮ ਤਾਂ ਕੁਦਰਤ ਦੇ ਵਿੱਚ ਪਹਿਲਾਂ ਹੀ ਹੈਗੇ ਨੇ, ਪਰ ਇਨਸਾਨ ਨੇ ਜਦੋਂ ਇਹਨਾਂ ਨਿਯਮਾਂ ਨੂੰ ਲੱਭਿਆ ਤਾਂ ਉਹ ਕਿਸ ਤਰੀਕੇ ਨਾਲ ਲੱਭੇ ਜਾਂਦੇ ਆ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇਹ ਪੜ੍ਹਦੇ ਆ ਰਹੇ ਹਾਂ ਕਿ ਜੋ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਇਹ ਇੱਕ ਬਿਗ ਬੈਂਗ ਥਿਊਰੀ ਜਿਹੜੀ ਹੈ ਉਹਨੂੰ ਅਸੀਂ ਮੰਨਦੇ ਹਾਂ ਕਿ ਸ਼ੁਰੂ ਦੇ ਵਿੱਚ ਸਾਰਾ ਮੈਟਰ ਜੋ ਹੈ ਉਹ ਇੱਕ ਬਿੰਦੂ ਵਾਂਗ ਇਕੱਠਾ ਸੀ ਅਤੇ ਉਸ ਵਿੱਚ ਅਥਾਹ ਸ਼ਕਤੀ ਔਰ ਅਥਾਹ ਐਨਰਜੀ ਸੀ ਅਤੇ ਇਹ ਕਿਸੇ ਸਮੇਂ ਆ ਕੇ ਉਹ ਇੱਕ ਵੱਡਾ ਧਮਾਕਾ ਹੋਇਆ ਅਤੇ ਜਿਸ ਤੋਂ ਸਾਡੇ ਸਾਰੇ ਖੰਡ ਬ੍ਰਹਿਮੰਡ, ਪਲੈਨਟਸ, ਧਰਤੀ ਅਤੇ ਤਾਰੇ, ਗਲੈਕਸੀਜ਼, ਉਹ ਸਾਰੀਆਂ ਹੌਲੀ ਹੌਲੀ ਬਣ ਗਈਆਂ। ਤੋ ਇਸ ਨੂੰ ਅਸੀਂ ਥਿਊਰੀ ਕਹਿੰਦੇ ਹਾਂ। ਥਿਊਰੀ ਮਤਲਬ ਕਿਸੇ ਦਾ ਇੱਕ ਕੁਝ ਤੱਥਾਂ ਦੇ ਆਧਾਰ ਦੇ ਉੱਤੇ ਇਹ ਅਸੀਂ ਇੱਕ ਅੰਦਾਜ਼ਾ ਲਗਾਇਆ। ਕਿਹੜੇ ਤੱਥਾਂ ਦੇ ਆਧਾਰ 'ਤੇ? ਅਸੀਂ ਇਹ ਦੇਖਿਆ ਵੀ ਸਾਰੇ ਪਲੈਨਟਸ, ਸਾਰੇ ਤਾਰੇ, ਸਾਰੀਆਂ ਗਲੈਕਸੀਜ਼ ਇੱਕ ਦੂਸਰੇ ਤੋਂ ਹੌਲੀ ਹੌਲੀ ਦੂਰ ਜਾ ਰਹੀਆਂ ਨੇ। ਸੋ ਇਹ ਵੀ ਬੱਚੇ ਤੁਸੀਂ 12ਵੀਂ ਦੇ ਵਿੱਚ ਜਾ ਕੇ ਪੜ੍ਹੋਗੇ ਵੀ ਸਾਨੂੰ ਇਹ ਕਿਵੇਂ ਪਤਾ ਲੱਗਦਾ ਵੀ ਦੂਰ ਜਾ ਰਹੀਆਂ ਨੇ। ਸੋ ਇੱਥੇ ਸਿਰਫ ਅਸੀਂ ਇਹੀ ਤੁਸੀਂ ਸਿਰਫ ਧਿਆਨ ਦਿਓ ਕਿ ਜੋ ਸਾਰੀਆਂ ਚੀਜ਼ਾਂ ਨੇ ਉਹ ਇੱਕ ਦੂਸਰੇ ਤੋਂ ਦੂਰ ਦੂਰ ਜਾ ਰਹੀਆਂ, ਮਤਲਬ ਸਾਰੇ ਗ੍ਰਹਿ, ਸਾਰੇ ਗਲੈਕਸੀਜ਼, ਸਾਰੇ ਤਾਰੇ ਉਹ ਹੌਲੀ 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 ਦੂਰ ਜਾ ਰਹੇ ਆ। ਹੁਣ ਜੇ ਉਹ ਅੱਜ ਦੀ ਤਰੀਕ ਦੇ ਵਿੱਚ ਦੂਰ ਜਾ ਰਹੇ ਨੇ ਤਾਂ ਇਹਦਾ ਮਤਲਬ ਇਹ ਹੋਇਆ ਵੀ ਕਿਸੇ ਸਮੇਂ ਉਹ ਨੇੜੇ ਹੋਣਗੇ, ਬਹੁਤ ਅਨੰਤ ਸਾਲ ਪਹਿਲਾਂ ਉਹ ਨੇੜੇ ਹੋਣਗੇ। ਅਤੇ ਨੇੜੇ ਕਿੰਨੀ ਕੁ ਹੋਣਗੇ? ਸਭ ਤੋਂ ਨੇੜੇ ਵਾਲੀ ਚੀਜ਼ ਕੀ ਹੋ ਸਕਦੀ ਹੈ? ਜਦੋਂ ਉਹ ਇੱਕ ਪੁਆਇੰਟ ਹੋਣਗੇ ਤਾਂ ਫਿਰ ਇਹ ਅੰਦਾਜ਼ਾ ਲਗਾਇਆ ਗਿਆ ਵੀ ਧਮਾਕਾ ਹੋਇਆ ਹੋਊਗਾ ਅਤੇ ਉਹ ਹਜੇ ਤੱਕ ਵੀ ਉਹ ਫੈਲੀ ਜਾਂਦਾ। ਸੋ ਇਹ ਇੱਕ ਥਿਊਰੀ ਆ ਜਿਸ ਨੂੰ ਅਸੀਂ ਬਿਗ ਬੈਂਗ ਥਿਊਰੀ ਕਹਿ ਦਿੰਦੇ ਹਾਂ। ਇਸੇ ਤਰੀਕੇ ਨਾਲ ਇੱਕ ਦੂਸਰੀ ਥਿਊਰੀ ਹੋਰ ਵੀ ਆ। ਕੁਝ ਵਿਗਿਆਨੀ ਇਹ ਮੰਨਦੇ ਆ ਵੀ ਨਹੀਂ, ਬਿਗ ਬੈਂਗ ਨਹੀਂ ਸੀ ਹੋਇਆ, ਇਹ ਇੱਕ ਬੱਬਲ ਦੀ ਤਰ੍ਹਾਂ ਹੈ। ਜਿਵੇਂ ਇੱਕ ਬੁਲਬੁਲੇ ਦੇ ਵਿੱਚ ਆਪਾਂ ਪਾਣੀ ਭਰਿਆ ਹੁੰਦਾ ਤਾਂ ਉਹ ਕਦੇ ਕੰਪਰੈਸ ਵੀ ਕਰ ਸਕਦੇ ਆ ਉਹਨੂੰ ਅਤੇ ਉਹ ਖੁੱਲ੍ਹ ਵੀ ਜਾਂਦਾ। ਕੁਝ ਵਿਗਿਆਨੀ ਇਹ ਮੰਨਦੇ ਨੇ ਬਈ ਯੂਨੀਵਰਸ ਜੋ ਹੈ, ਸਾਰਾ ਬ੍ਰਹਿਮੰਡ, ਉਹ ਹੁਣ ਬਾਹਰ ਨੂੰ ਵੱਧ ਰਿਹਾ ਅਤੇ ਕਿਸੇ ਟਾਈਮ ਦੇ ਉੱਤੇ ਇਹ ਥੋੜ੍ਹਾ ਜਿਹਾ ਅੰਦਰ ਨੂੰ ਆਉਣਾ ਸ਼ੁਰੂ ਹੋ ਜਾਏਗਾ ਅਤੇ ਫਿਰ ਬਾਹਰ ਨੂੰ ਜਾਣਾ ਸ਼ੁਰੂ ਹੋ ਜਾਏਗਾ ਅਤੇ ਫਿਰ ਅੰਦਰ ਨੂੰ, ਮਤਲਬ ਇਹ ਇਸ ਤਰੀਕੇ ਦੇ ਨਾਲ ਬੱਬਲ ਦੀ ਤਰ੍ਹਾਂ ਫਲਕਚੁਏਟ ਕਰਦਾ ਹੈ, ਵਾਈਬਰੇਟ ਕਰਦਾ ਕਹਿ ਲਓ, ਓਸੀਲੇਟ ਕਰਦਾ ਕਹਿ ਲਓ। ਸੋ ਇਹ ਹੋ ਗਈਆਂ ਥਿਊਰੀਜ਼। ਇਹਨਾਂ ਨੂੰ ਅਸੀਂ ਇਸੇ ਤੱਥ ਦੇ ਆਧਾਰ ਦੇ ਉੱਤੇ ਬਣਾਇਆ ਹੈ ਕਿ ਯੂਨੀਵਰਸ ਦੀਆਂ ਹੋਣ ਵਾਲੀਆਂ ਜੋ ਕਿਉਂਕਿ ਅਸੀਂ ਤਾਂ ਅੱਜ ਜਿਉਂਦੇ ਹਾਂ ਨਾ, ਤੋ ਅੱਜ ਦੀ ਤਰੀਕ ਦੇ ਵਿੱਚ ਸਾਰੀਆਂ ਬੋਡੀਜ਼ ਦੂਰ ਦੂਰ ਜਾ ਰਹੀਆਂ ਨੇ। ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਇਹ ਇੱਕ ਪੁਆਇੰਟ ਦੇ ਧਮਾਕੇ ਤੋਂ ਬਾਅਦ ਦੀ ਰਚਨਾ ਹੋਵੇ ਹੁਣ, ਅਤੇ ਜਾਂ ਅਸੀਂ ਕਹਿ ਲਈਏ ਵੀ ਇਹ ਇੱਕ ਜੋ ਬੱਬਲ ਚੈਂਬਰ ਦੇ ਵਿੱਚ ਅਸੀਂ ਹਾਂ ਅਤੇ ਉਹ ਹੁਣ ਐਕਸਪੈਂਡ ਕਰ ਰਿਹਾ ਹੈ, ਫਿਰ ਕਿਸੇ ਟਾਈਮ ਦੇ ਉੱਤੇ ਕੰਪਰੈਸ ਵੀ ਕਰੇਗਾ। ਸੋ ਤੱਥਾਂ ਦੇ ਆਧਾਰ ਦੇ ਉੱਤੇ ਥਿਊਰੀ ਬਣਦੀ ਆ। ਪਰ
ਜਦੋਂ ਉਸ ਥਿਊਰੀ ਨੂੰ ਪ੍ਰੈਕਟੀਕਲ ਕਰਕੇ ਬਾਰ-ਬਾਰ ਡਾਟਾ ਅਸੀਂ ਉਹ ਤੋਂ ਲੈ ਲਈਏ ਤਾਂ ਫਿਰ ਇੱਕ ਲਾਅ ਬਣਦਾ ਹੈ। ਜਿਵੇਂ ਆਪਾਂ ਪਿਛਲੇ ਲੈਕਚਰ 'ਚ ਡਿਸਕਸ ਕੀਤਾ ਸੀ ਵੀ ਨਿਊਟਨ ਨੇ ਸੇਬ ਨੂੰ ਥੱਲੇ ਡਿੱਗਦੇ ਦੇਖਿਆ, ਇੰਨਾ ਹੀ ਦੇਖਿਆ ਸੀ, ਆਬਜ਼ਰਵੇਸ਼ਨ ਸਿਰਫ ਇੰਨੀ ਸੀ। ਪਰ ਉਸ ਤੋਂ ਬਾਅਦ ਕੀ ਹੋਇਆ, ਉਸ ਨੇ ਉਸ ਤਰੀਕੇ ਦੇ ਪਤਾ ਨਹੀਂ ਕਿੰਨੇ ਕੁ ਤਜਰਬੇ ਕੀਤੇ ਹੋਣਗੇ, ਕਿੰਨੀਆਂ ਕੁ ਬੋਡੀਜ਼ ਦੇ ਨਾਲ ਐਕਸਪੈਰੀਮੈਂਟਸ ਕੀਤੇ ਹੋਣਗੇ, ਫਿਰ ਉਹਨੂੰ ਕੀ ਮਿਲਿਆ, ਡਾਟਾ ਮਿਲਿਆ, ਨੰਬਰਸ ਮਿਲੇ, ਕਿਹੜੀ ਬੋਡੀ ਕਿੰਨੀ ਫੋਰਸ ਲੱਗੀ, ਕਿੰਨੀ ਬੋਡੀ ਦਾ ਕਿਹੜੀ ਬੋਡੀ ਦਾ ਕਿੰਨਾ ਮਾਸ ਸੀ ਤਾਂ ਉਹਨਾਂ 'ਚ ਕਿੰਨੀ ਫੋਰਸ ਲੱਗੀ, ਕਿਹੜੀਆਂ ਬੋਡੀਜ਼ ਕਿੰਨੀ ਦੂਰ ਪਈਆਂ ਸੀ ਤਾਂ ਫੋਰਸ 'ਤੇ ਕੀ ਪ੍ਰਭਾਵ ਪਿਆ। ਸੋ ਇਹਨਾਂ ਸਾਰੇ ਤੱਥਾਂ ਨੂੰ ਇੱਕ ਡਾਟਾ ਤਿਆਰ ਹੋਇਆ ਅਤੇ ਡਾਟੇ ਤੋਂ ਇੱਕ ਲਾਅ ਬਣ ਗਿਆ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਿਊਟਨਸ ਲਾਅ ਆਫ ਗ੍ਰੈਵੀਟੇਸ਼ਨ। ਸੋ ਇਸੇ ਤਰੀਕੇ ਦੇ ਨਾਲ ਬਾਕੀ ਦੇ ਲਾਅ ਵੀ, ਕੂਲਮਜ਼ ਲਾਅ ਵੀ ਇਸੇ ਤਰੀਕੇ ਨਾਲ ਬਣਿਆ। ਤੋਂ ਪਹਿਲਾਂ ਇੱਕ ਸੋਚ ਆਉਂਦੀ ਆ, ਸੋਚ ਤੋਂ ਬਾਅਦ ਉਸ ਦੇ ਉੱਤੇ ਉਹਨੂੰ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਪ੍ਰੂਵ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਡਾਟੇ ਤੋਂ ਸਾਡੇ ਕੋਲ ਕੀ ਬਣਦਾ, ਇੱਕ ਲਾਅ ਬਣ ਜਾਂਦਾ। ਓਕੇ, ਸੋ ਹੁਣ ਅਸੀਂ ਇਹ ਦੇਖੀਏ ਲਾਅ ਆਫ ਕੰਜ਼ਰਵੇਸ਼ਨ ਆਫ ਚਾਰਜ ਕੀ ਆ। ਤੋ ਹੁਣ ਕੰਜ਼ਰਵੇਸ਼ਨ ਦਾ ਕੀ ਮਤਲਬ ਆ? ਕੰਜ਼ਰਵੇਸ਼ਨ ਦਾ ਮਤਲਬ ਹੈ ਪੰਜਾਬੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸੁਰੱਖਿਅਤ। ਸੁਰੱਖਿਅਤ ਮਤਲਬ ਕੁਝ ਚੀਜ਼ਾਂ ਦੀ ਮਿਕਦਾਰ, ਕੁਝ ਚੀਜ਼ਾਂ ਦੀ ਕੁਆਂਟਿਟੀ ਜਿੰਨੀ ਪਹਿਲਾਂ ਸੀ ਕਿਸੇ ਪ੍ਰਤੀਕਿਰਿਆ ਤੋਂ ਉਨੀ ਹੀ ਬਾਅਦ 'ਚ ਰਵੇ, ਉਸ ਨੂੰ ਅਸੀਂ ਕਹਿੰਦੇ ਹਾਂ ਵੀ ਇਹਦੀ ਕੁਆਂਟਿਟੀ ਸੁਰੱਖਿਅਤ ਆ। ਜਿੰਨੀ ਪਹਿਲਾਂ ਸੀ ਘਟਨਾ ਘਟਣ ਤੋਂ ਉਨੀ ਬਾਅਦ ਦੇ ਵਿੱਚ ਆ ਤਾਂ ਅਸੀਂ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ ਬੇਟੇ ਵੀ ਇਹ ਚੀਜ਼ ਸਾਡੀ ਕੰਜ਼ਰਵ ਹੈ। ਹੁਣ ਆ ਜਾਈਏ ਚਾਰਜ 'ਤੇ। ਚਾਰਜ ਕੀ ਚੀਜ਼ ਆ? ਚਾਰਜ ਸਿਰਫ ਬੋਡੀਜ਼ ਦੇ ਵਿਚਲੇ ਇਲੈਕਟ੍ਰੋਨ ਅਤੇ ਪ੍ਰੋਟੋਨ ਨੇ, ਕਿਉਂਕਿ ਇਲੈਕਟ੍ਰੋਨ ਨੈਗੇਟਿਵਲੀ ਚਾਰਜਡ ਪਾਰਟੀਕਲ ਆ, ਪ੍ਰੋਟੋਨ ਪੋਜ਼ੀਟਿਵ ਚਾਰਜਡ ਪਾਰਟੀਕਲ ਆ, ਅਤੇ ਦੋਨੇ ਐਟਮਸ ਦੇ ਵਿੱਚ ਨੇ, ਅਤੇ ਐਟਮ ਹੀ ਸਾਰੀ ਚੀਜ਼ਾਂ ਦਾ ਜੋ ਬਿਲਡਿੰਗ ਬਲੋਕ ਹੈ ਉਹ ਹੈ। ਮਤਲਬ ਜਿਵੇਂ ਅਸੀਂ ਬਿਲਡਿੰਗ ਬਣਾਉਣੀ ਹੋਵੇ ਤਾਂ ਅਸੀਂ ਇੱਟਾਂ ਨੂੰ ਰੱਖ ਰੱਖ ਕੇ ਬਿਲਡਿੰਗ ਬਣਾ ਲੈਂਦੇ ਹਾਂ, ਤਾਂ ਉਸੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਐਟਮਸ ਦੀਆਂ ਬਣੀਆਂ ਹੋਈਆਂ ਨੇ। ਆ ਮੇਰੀ ਸਕਿਨ ਆ, ਐਟਮ ਦੀ ਬਣੀ ਹੋਈ ਆ, ਗੋਗਲਸ, ਚਸ਼ਮੇ, ਇਹ ਸਾਰੀਆਂ, ਕੱਪੜਾ, ਐਵਰੀਥਿੰਗ ਇਜ਼ ਮੇਡ ਆਫ ਐਟਮਸ। ਸੋ ਇਹਦਾ ਮਤਲਬ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਆ, ਇਲੈਕਟ੍ਰੋਨਸ ਵੀ ਨੇ, ਪ੍ਰੋਟੋਨਸ ਵੀ ਨੇ, ਨਿਊਟਰੋਨਸ ਵੀ ਨੇ। ਇਹਦਾ ਮਤਲਬ ਸਾਰੀਆਂ ਚੀਜ਼ਾਂ ਕਾਹਦੀ ਬਣੀ ਹੋਈਆਂ, ਚਾਰਜ ਦੀਆਂ ਬਣੀਆਂ ਹੋਈਆਂ। ਸੋ ਸਾਰੇ ਯੂਨੀਵਰਸ ਦੇ ਵਿੱਚ ਜਿੰਨਾ ਟੋਟਲ ਚਾਰਜ ਹੈ ਉਹ ਸੁਰੱਖਿਅਤ ਆ, ਉਹ ਨਾ ਕਦੇ ਵੱਧਦਾ ਹੈ ਨਾ ਕਦੇ ਘਟਦਾ ਹੈ। ਸੋ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਕਿਸੇ ਕੈਮੀਕਲ ਰਿਐਕਸ਼ਨ ਦੀ। ਕੈਮੀਕਲ ਰਿਐਕਸ਼ਨ ਕੀ ਆ, ਜਿਹਨੂੰ ਤੁਸੀਂ ਰਸਾਇਣਕ ਕਿਰਿਆ ਕਹਿੰਦੇ। ਕੈਮੀਕਲ ਰਿਐਕਸ਼ਨ ਇਜ਼ ਜਸਟ ਦੀ ਰੀਅਰੇਂਜਮੈਂਟ ਆਫ ਐਟਮਸ ਵਿਦਨ ਦੀ ਮੋਲੀਕਿਊਲਸ। ਕੁਛ ਜਿਹੜੇ ਰਿਐਕਟੈਂਟਸ ਹੁੰਦੇ ਨੇ, ਰਿਐਕਟੈਂਟਸ ਦੇ ਐਟਮਸ ਰੀਅਰੇਂਜ ਹੋ ਜਾਂਦੇ ਆ ਅਤੇ ਸਾਡੇ ਕੋਲ ਨਵੇਂ ਪ੍ਰੋਡਕਟਸ ਬਣ ਜਾਂਦੇ ਆ। ਪਰ ਉਹਨਾਂ ਦੇ ਵਿੱਚ ਜਿਹੜੇ ਲੈਫਟ ਹੈਂਡ ਸਾਈਡ ਦੇ ਉੱਤੇ ਪ੍ਰੋਟੋਨਸ ਦੀ ਨੰਬਰ ਹੁੰਦਾ, ਨਿਊਟਰੋਨਸ ਦਾ ਨੰਬਰ ਹੁੰਦਾ ਅਤੇ ਇਲੈਕਟ੍ਰੋਨਸ ਦਾ ਨੰਬਰ ਹੁੰਦਾ, ਉਹ ਬਰਾਬਰ ਰਹਿੰਦਾ ਰਾਈਟ ਹੈਂਡ ਸਾਈਡ ਵਾਲੇ ਪ੍ਰੋਟੋਨਸ, ਨਿਊਟਰੋਨਸ ਅਤੇ ਇਲੈਕਟ੍ਰੋਨਸ ਦੇ। ਸੋ ਇਸ ਨੂੰ ਅਸੀਂ ਕਹਿੰਦੇ ਹਾਂ ਵੀ ਚਾਰਜ ਆਫ ਏ ਸਿਸਟਮ ਇਜ਼ ਕੰਜ਼ਰਵਡ। ਸੋ ਇਹਦੇ ਵਿੱਚ ਹੁਣ ਸਿਸਟਮ ਵਰਡ ਆ ਗਿਆ। ਸਿਸਟਮ ਕੀ ਹੋਏਗਾ, ਕਿਸ ਨੂੰ ਕਹਾਂਗੇ ਸਿਸਟਮ? ਜਿਹੜੀ ਚੀਜ਼ ਨੂੰ ਤੁਸੀਂ ਇਨਵੈਸਟੀਗੇਟ ਕਰ ਰਹੇ ਹੋ, ਜਿਹੜੀ ਚੀਜ਼ ਦੀ ਤੁਸੀਂ ਸਟੱਡੀ ਕਰ ਰਹੇ ਹੋ, ਤੁਹਾਡੇ ਧਿਆਨ ਦੇ ਵਿੱਚ ਹੈ, ਜਿਸ ਨੂੰ ਤੁਸੀਂ ਧਿਆਨ ਨਾਲ ਰੱਖ ਕੇ ਕੁਛ ਕਰ ਰਹੇ ਹੋ, ਉਹ ਚੀਜ਼ ਇੱਕ ਸਿਸਟਮ ਹੈ। ਅਤੇ ਉਸ ਤੋਂ ਬਿਨਾਂ ਬਾਕੀ ਦੀਆਂ ਚੀਜ਼ਾਂ ਇਨਵਾਇਰਨਮੈਂਟ ਬਣ ਜਾਂਦੀਆਂ। ਜਿਵੇਂ ਆਪਾਂ ਇੱਕ ਕਲਾਸ ਦੇ ਵਿੱਚ ਪੜ੍ਹ ਰਹੇ ਹਾਂ, ਸਪੋਜ਼ ਕਰ ਲਈਏ 35 ਸਟੂਡੈਂਟਸ ਇੱਕ ਕਲਾਸ ਦੇ ਵਿੱਚ ਆ, ਇੱਕ ਟੀਚਰ ਆ, ਕਲਾਸ ਇੱਕ ਸਿਸਟਮ ਬਣ ਗਈ। ਇਸੇ ਤਰੀਕੇ ਨਾਲ ਸਿਸਟਮ ਇੱਕ ਜੰਗਲ ਦੇ ਵਿੱਚ ਦਰਖਤ ਨੇ, ਉਹ ਇੱਕ ਸਾਰਾ ਦਰਖਤਾਂ ਦਾ ਇੱਕ ਸਿਸਟਮ ਬਣ ਗਿਆ ਜਿਹਨੂੰ ਅਸੀਂ ਫੋਰੈਸਟ ਕਹਿ ਦਿੰਦੇ ਹਾਂ। ਸੋ ਫੋਰੈਸਟ ਇਜ਼ ਅ ਸਿਸਟਮ। ਉਸ ਚੀਜ਼ ਨੂੰ ਕੰਸੀਡਰੇਸ਼ਨ ਤੋਂ ਬਾਹਰ ਬਾਕੀ ਸਾਰੀਆਂ ਚੀਜ਼ਾਂ ਉਹਦਾ ਆਲਾ ਦੁਆਲਾ ਇਨਵਾਇਰਨਮੈਂਟ ਬਣ ਗਿਆ। ਸੋ ਇੱਕ ਇਹਨੂੰ ਅਸੀਂ ਸਿਸਟਮ ਕਹਿੰਦੇ ਹਾਂ। ਤੋ ਇਹਦੇ ਨਾਲ ਹੀ ਹੁਣ ਇੱਕ ਚੀਜ਼ ਹੋਰ ਪੜ੍ਹ ਲਈਏ ਵੀ ਜੇਕਰ ਇਹਨੂੰ ਅਸੀਂ ਕਹੀਏ ਕਲੋਜ਼ਡ ਸਿਸਟਮ, ਉਹ ਕੀ ਹੈ? ਇਹਦੀ ਗੱਲ ਵੀ ਆਪਾਂ ਹੁਣ ਲੌਜ਼ ਦੇ ਵਿੱਚ ਕਰਾਂਗੇ। ਕਲੋਜ਼ਡ ਸਿਸਟਮ ਕੀ ਆ? ਪੰਜਾਬੀ 'ਚ ਬੰਦ ਸਿਸਟਮ। ਅਤੇ ਬੰਦ ਕਿਹੜੀ ਚੀਜ਼ ਤੋਂ ਬੰਦ?
ਬਾਹਰੋਂ ਨਾ એનર્ਜੀ ਆ ਸਕਦੀ ਆ, ਨਾ ਮੈਟਰ ਆ ਸਕਦਾ, ਨਾ ਲਾਈਟ ਆ ਸਕਦੀ ਆ। ਨਥਿੰਗ ਕੈਨ ਬੀ ਪਾਸਡ ਥਰੂ ਏ ਸਿਸਟਮ। ਕਿਸੇ ਸਿਸਟਮ ਦੇ ਵਿੱਚੋਂ ਦੀ ਜੇਕਰ ਕੋਈ ਮੈਟਰ ਬਾਹਰ ਨਾ ਜਾਵੇ, ਕੋਈ ਬੋਡੀਜ਼ ਬਾਹਰ ਨਾ ਜਾਣ, એનર્ਜੀ ਬਾਹਰ ਨਾ ਜਾਵੇ, ਲਾਈਟ ਦੀ ਫਾਰਮ ਦੇ ਵਿੱਚ ਵੀ ਚਾਹੇ ਕਿਸੇ ਹੋਰ ਫਾਰਮ ਦੇ ਵਿੱਚ ਵੀ, ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਕਲੋਜ਼ਡ ਸਿਸਟਮ ਜਾਂ ਆਈਸੋਲੇਟਡ ਸਿਸਟਮ। ਜੇਕਰ ਕਿਸੇ ਪੇਸ਼ੈਂਟ ਨੂੰ ਕੋਈ ਇਨਫੈਕਸ਼ੀਅਸ ਡਿਜ਼ੀਜ਼ ਹੋਵੇ, ਜਿਵੇਂ ਆਪਾਂ ਹੁਣ ਕਰੋਨਾ ਦੇ ਪੇਸ਼ੈਂਟਸ ਦੀ ਗੱਲ ਕਰੀਏ, ਤਾਂ ਆਪਾਂ ਕਹਿੰਦੇ ਉਹਨਾਂ ਨੂੰ ਆਈਸੋਲੇਟ ਕਰਨਾ ਪੈਂਦਾ, ਆਈਸੋਲੇਸ਼ਨ 'ਚ ਰੱਖਣਾ ਪੈਂਦਾ, ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖਣਾ ਪੈਂਦਾ। ਆਈਸੋਲੇਸ਼ਨ ਵਾਰਡ ਦਾ ਮਤਲਬ ਆ ਉਹਨੂੰ ਬਾਕੀ ਆਲੇ ਦੁਆਲੇ ਤੋਂ ਅਸੀਂ ਬੰਦ ਕਰਤਾ। ਸੋ ਉਸੇ ਤਰ੍ਹਾਂ ਇੱਕ ਆਈਸੋਲੇਟਡ ਸਿਸਟਮ ਵਿੱਚ ਜਿਵੇਂ ਆਪਾਂ ਇੱਕ ਛੋਟੀ ਜਿਹੀ ਰਿਐਕਸ਼ਨ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਦੀ ਕੰਸੀਡਰ ਕਰ ਲਈਏ, 1H2 + 1H2, ਇਹਨੂੰ ਅਸੀਂ ਇੱਥੇ ਲੋਟ ਆਫ એનર્ਜੀ ਦੇ ਦਈਏ ਤਾਂ ਇਟ ਬਿਕਮਸ ਹੀਲੀਅਮ 2He4 ਪਲੱਸ ਹਿਊਜ ਅਮਾਊਂਟ ਆਫ એનર્ਜੀ ਦਾ ਸਿੰਬਲ ਹੁੰਦਾ ਕਿਉਂ ਹੀਲੀਅਮ ਬਣਦਾ। ਤਾਂ ਇਹਦਾ ਚਾਰਜ ਆ ਜਿਹੜਾ ਉਹ ਕੰਜ਼ਰਵ ਰਹੇਗਾ। ਚਾਰਜ ਦਾ ਮਤਲਬ ਪ੍ਰੋਟੋਨ 1, 2 ਪ੍ਰੋਟੋਨ, ਰਿਐਕਟੈਂਟਸ ਦੇ ਪ੍ਰੋਟੋਨਸ ਕਿੰਨੇ ਹੋ ਗਏ? 2। ਇੱਧਰਲੇ ਪਾਸੇ ਵੀ ਕਿੰਨੇ ਹੋ ਗਏ? 2। ਸੋ ਨਿਊਕਲੀਓਨਸ ਕਿੰਨੇ ਹੋ ਗਏ? 2 ਤੇ 2 4। ਇੱਧਰਲੇ ਪਾਸੇ ਕਿੰਨੇ ਹੋ ਗਏ? 4। ਸੋ ਇਹਦਾ ਮਤਲਬ ਇਹ ਹੋਇਆ ਵੀ ਇਸ ਸਿਸਟਮ ਦਾ ਚਾਰਜ ਕੰਜ਼ਰਵ ਹੈ। ਇਸੇ ਤਰ੍ਹਾਂ ਦੂਸਰਾ ਜੋ ਸਾਡਾ ਕੰਜ਼ਰਵੇਸ਼ਨ ਲਾਅ ਹੈ ਉਹ ਹੈ ਸਾਡਾ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ। ਬੇਟੇ ਜਿਸ ਤਰੀਕੇ ਨਾਲ ਚਾਰਜ ਕੰਜ਼ਰਵ ਹੈ ਉਸੇ ਤਰੀਕੇ ਨਾਲ એનર્ਜੀ ਵੀ ਸਾਰੇ ਯੂਨੀਵਰਸ ਦੀ ਕੰਜ਼ਰਵ ਹੈ। ਪਹਿਲਾਂ ਮਾਸ ਨੂੰ ਵੀ ਕੰਜ਼ਰਵ ਕਿਹਾ ਜਾਂਦਾ ਸੀ, ਪਰ ਆਇਨਸਟਾਈਨ ਨੇ ਸਾਨੂੰ ਇਹ ਦੱਸਤਾ ਵੀ E = mc²। ਸੋ ਉੱਥੇ ਉਹਨਾਂ ਨੇ ਦੱਸਿਆ ਵੀ ਮਾਸ ਕੈਨ ਵੀ ਕਨਵਰਟਡ ਇਨਟੂ એનર્ਜੀ ਐਂਡ એનર્ਜੀ ਕੈਨ ਵੀ ਕਨਵਰਟਡ ਇਨਟੂ ਮਾਸ। ਦੋਨੇ ਚੀਜ਼ਾਂ ਇੱਕ ਦੂਜੇ 'ਚ ਬਦਲੀਆਂ ਜਾ ਸਕਦੀਆਂ ਨੇ। ਸੋ ਇਸ ਕਰਕੇ ਐਕਚੁਅਲੀ ਕੰਜ਼ਰਵ ਕੌਣ ਆ? ਕੱਲੀ એનર્ਜੀ ਨਹੀਂ, ਮਾਸ એનર્ਜੀ ਦੋਨੇ ਚੀਜ਼ਾਂ ਕੰਜ਼ਰਵ ਨੇ, ਕਿਉਂਕਿ ਮਾਸ ਕੈਨ ਵੀ ਕਨਵਰਟਡ ਇਨਟੂ એનર્ਜੀ ਸਾਈਮਲਟੇਨੀਅਸਲੀ, એનર્ਜੀ ਕੈਨ ਆਲਸੋ ਵੀ ਕਨਵਰਟਡ ਇਨਟੂ ਮਾਸ। ਸੋ ਦੋਨੇ ਚੀਜ਼ਾਂ ਦੀ ਯੂਨੀਫਾਈਡ ਜੋ ਕੰਜ਼ਰਵੇਸ਼ਨ ਲਾਅ ਹੈ ਉਹ ਐਪਲੀਕੇਬਲ ਹੈ। ਮਾਸ એનર્ਜੀ ਇਜ਼ ਕੰਜ਼ਰਵਡ ਸਾਰੇ ਯੂਨੀਵਰਸ ਦਾ, ਕਿਉਂਕਿ ਯੂਨੀਵਰਸ ਇਜ਼ ਦੀ ਆਈਡੀਅਲ ਆਈਸੋਲੇਟਡ ਸਿਸਟਮ। ਸਾਰਾ ਯੂਨੀਵਰਸ ਆ ਜੋ ਉਹਨੂੰ ਇੱਕ ਅਸੀਂ ਆਈਸੋਲੇਟਡ ਸਿਸਟਮ ਮੰਨ ਸਕਦੇ ਹਾਂ ਇਸ ਕ੍ਰੀਏਸ਼ਨ ਦਾ। ਤੋ ਉਸ ਕ੍ਰੀਏਸ਼ਨ ਦੀ ਸਾਰੀ ਜੋ એનર્ਜੀ ਹੈ ਉਹ ਕੰਜ਼ਰਵ ਰਹਿੰਦੀ ਹੈ। ਇੱਕ ਫਾਰਮ ਤੋਂ ਦੂਸਰੀ ਫਾਰਮ 'ਚ ਚੇਂਜ ਹੋ ਸਕਦੀ ਆ ਬਸ, ਪਰ ਨਾ ਤਾਂ ਤੁਸੀਂ એનર્ਜੀ ਨੂੰ ਕ੍ਰੀਏਟ ਕਰ ਸਕਦੇ ਹੋ, ਨਾ ਹੀ ਤੁਸੀਂ એનર્ਜੀ ਨੂੰ ਡਿਸਟਰੋਏ ਕਰ ਸਕਦੇ ਹੋ। ਸਿਰਫ ਇੱਕ ਫਾਰਮ ਆਫ એનર્ਜੀ ਤੋਂ ਦੂਸਰੀ ਫਾਰਮ ਆਫ એનર્ਜੀ ਦੇ ਵਿੱਚ ਚੇਂਜ ਕਰ ਸਕਦੇ ਹੋ। ਜਿਸ ਤਰੀਕੇ ਨਾਲ ਮੇਰੇ ਕੋਲ ਇੱਥੇ ਇੱਕ ਛੋਟਾ ਜਿਹਾ ਬੈਟਰੀ ਦਾ ਪੀਸ ਹੈ। ਬੈਟਰੀ ਦੇ ਪੀਸ ਨੂੰ ਮੈਂ, ਇਹ ਮੇਰੀ ਡਾਇਰੀ ਆ ਅਤੇ ਮੈਂ ਡਾਇਰੀ ਦੇ ਉੱਤੇ ਪਈ ਆ ਇਹ ਇਸ ਟਾਈਮ, ਅਤੇ ਇਹਨੂੰ ਮੈਂ ਉੱਪਰ ਚੱਕਣ ਲੱਗਿਆ ਜੀ। ਉੱਪਰ ਚੱਕਿਆ ਤਾਂ ਮੈਂ ਤੇ ਕੀ ਕੀਤਾ? ਮੈਂ ਤੇ ਵਰਕ ਕੀਤਾ, ਮੈਂ ਤੇ ਕੰਮ ਕੀਤਾ, ਕਿਉਂਕਿ ਮੈਂ ਉੱਪਰ ਨੂੰ ਫੋਰਸ ਲਗਾਈ ਅਤੇ ਇਹ ਬੋਡੀ ਡਿਸਪਲੇਸ ਹੋ ਗਈ ਉੱਪਰਲੇ ਪਾਸੇ ਨੂੰ, ਇਹਨੇ ਡਿਸਟੈਂਸ ਕਵਰ ਕਰ ਲਿਆ। ਹੁਣ ਜਿਹੜਾ ਵਰਕ ਮੈਂ ਇਸ ਬੈਟਰੀ ਦੇ ਉੱਤੇ ਕਰ ਰਿਹਾ ਹਾਂ ਜਾਂ ਕੀਤਾ ਹੈ, ਉਹ ਵਰਕ ਇਹਦੇ ਵਿੱਚ ਹੀ ਸਟੋਰ ਹੋ ਗਿਆ ਇਨ ਦੀ ਫਾਰਮ ਆਫ ਇਟਸ એનર્ਜੀ। ਇਹ ਤੁਸੀਂ ਛੋਟੀਆਂ ਕਲਾਸਾਂ 'ਚ ਪੜ੍ਹ ਕੇ ਆਏ ਹੋ। ਜਿਹੜਾ ਵਰਕ ਜਿਹੜੀ ਬੋਡੀ 'ਤੇ ਕਰੀਏ ਉਹ ਬੋਡੀ ਦੇ ਵਿੱਚ ਹੀ ਸਟੋਰ ਹੋ ਜਾਂਦਾ ਇਨ ਦੀ ਫਾਰਮ ਆਫ ਇਟਸ એનર્ਜੀ। ਦੇਖਣੀ એનર્ਜੀ ਦੇਖਿਓ, ਇਹਨੂੰ ਮੈਂ ਹੁਣ ਛੱਡਣ ਲੱਗਿਆ, ਇਹ ਆਪਣੀ એનર્ਜੀ ਲੂਜ਼ ਕਰੂਗੀ। ਦਿਖਾਈ ਦਿੱਤੀ એનર્ਜੀ? ਨਹੀਂ, ਸੁਣਾਈ ਦਿੱਤੀ। એનર્ਜੀ ਆਫ ਦੀ ਬੈਟਰੀ ਇਜ਼ ਕਨਵਰਟਡ ਇਨਟੂ 2 ਫਾਰਮਸ। ਫਸਟ ਇਜ਼ ਯੂ ਹਰਡ ਦੀ ਸਾਊਂਡ। ਤੁਸੀਂ ਜਦੋਂ ਇਹ ਬੈਟਰੀ ਨੀਚੇ ਡਿੱਗੀ ਆ ਤਾਂ ਤੁਸੀਂ ਡਿੱਗਣ ਦੀ ਆਵਾਜ਼ ਸੁਣੀ ਆ, ਸਾਊਂਡ ਇਜ਼ ਆਲਸੋ ਏ ਫਾਰਮ ਆਫ એનર્ਜੀ। ਦੂਸਰੀ, ਇਹਦੇ ਉੱਤੇ ਸ਼ੌਕ ਵੀ ਲੱਗਿਆ, ਮੈਨੂੰ ਝਟਕਾ ਵੀ ਮਹਿਸੂਸ ਹੋਇਆ।
ਸੋ ਦੋ ਤਰ੍ਹਾਂ ਦੀ ਫਾਰਮ ਆਫ એનર્ਜੀ 'ਚ ਬਦਲ ਗਈ। ਕਿਹੜੀ એનર્ਜੀ ਸੀਗੀ ਇਹਦੀ? ਪੋਟੈਂਸ਼ੀਅਲ એનર્ਜੀ, ਕਿਉਂਕਿ ਮੈਂ ਵਰਕ ਕੀਤਾ ਇਹਦੀ ਪੋਜੀਸ਼ਨ ਡਿਸਪਲੇਸ ਹੋ ਗਈ। ਤਾਂ ਜਿਹੜੀ એનર્ਜੀ ਕਿਸੇ ਬੋਡੀ ਦੀ ਪੋਜੀਸ਼ਨ ਕਰਕੇ ਆਉਂਦੀ ਆ, ਉਹਦੀ ਸਥਿਤੀ ਬਦਲਣ ਕਰਕੇ ਆਉਂਦੀ, ਉਹਨੂੰ ਆਪਾਂ ਪੋਟੈਂਸ਼ੀਅਲ એનਰਜੀ ਕਹਿ ਦਿੰਦੇ ਆ। ਪੰਜਾਬੀ 'ਚ ਬੇਟੇ ਤੁਸੀਂ ਇਹਨੂੰ ਸਥਿਤਜ ਊਰਜਾ ਕਹਿੰਦੇ ਸੀ। ਅਤੇ ਜਿਹੜੀ ਊਰਜਾ ਇਹਦੀ ਸਥਿਤਜ ਊਰਜਾ ਸੀ ਉਹ ਸਾਊਂਡ એનਰਜੀ ਦੇ ਵਿੱਚ ਕਨਵਰਟ ਹੋ ਗਈ। ਸੋ ਇਸੇ ਤਰ੍ਹਾਂ ਆਹ ਵਾਲਾ ਰਿਐਕਸ਼ਨ ਆ ਜਿਹੜਾ, ਇਹਨੂੰ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਕਹਿੰਦੇ ਆ। ਇਹ ਐਕਚੁਅਲੀ ਹਾਈਡਰੋਜਨ ਬੰਬ ਦਾ ਰਿਐਕਸ਼ਨ ਆ, ਅਤੇ ਇਹਦੇ ਵਿੱਚ ਸਾਡੇ ਕੋਲ ਹਿਊਜ ਅਮਾਊਂਟ ਆਫ એનર્ਜੀ, ਬਹੁਤ ਜ਼ਿਆਦਾ ਲਾਰਜ ਅਮਾਊਂਟ ਆਫ એનર્ਜੀ ਰਿਲੀਜ਼ ਹੁੰਦੀ ਆ। ਤਾਂ ਇਹਦੇ ਵਿੱਚ ਹੀਟ એનર્ਜੀ ਦੇ ਵਿੱਚ ਵੀ ਸਾਡੀ એનਰਜੀ ਕਨਵਰਟ ਹੋ ਜਾਂਦੀ ਆ। ਸੋ ਇੱਦਾਂ, ਪਰ ਜਿਹੜੀ ਸਮੁੱਚੀ એનਰਜੀ ਆ ਸਾਰੇ ਯੂਨੀਵਰਸ ਦੀ, ਉਹ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ। ਤੀਸਰਾ ਜੋ ਸਾਡਾ ਲਾਅ ਹੈ ਉਹ ਹੈ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਸਭ ਤੋਂ ਪਹਿਲਾਂ ਦੇਖ ਲਈਏ ਮੋਮੈਂਟਮ ਕੀ ਚੀਜ਼ ਹੁੰਦੀ ਹੈ। ਮੋਮੈਂਟਮ ਆਫ ਏ ਬੋਡੀ ਇਜ਼ ਦੀ ਪ੍ਰੋਡਕਟ ਆਫ ਇਟਸ ਮਾਸ ਐਂਡ ਵੈਲੋਸਿਟੀ। ਇਹਨੂੰ ਤੁਸੀਂ P ਦੇ ਨਾਲ ਡਿਨੋਟ ਕਰਦੇ ਹੋ, ਐਂਡ ਇਟ ਇਜ਼ ਅ ਵੈਕਟਰ ਕੁਆਂਟਿਟੀ। ਵੈਕਟਰਸ ਵਾਲੇ ਚੈਪਟਰ ਜਾ ਕੇ ਪਤਾ ਲੱਗੂਗਾ ਵੈਕਟਰਸ ਕੀ ਹੁੰਦੇ ਆ, ਉਹਦਾ ਪੜ੍ਹਾਵਾਂਗੇ। ਸੋ P ਇਜ਼ ਇਕੁਅਲ ਟੂ ਮਾਸ ਇਨਟੂ ਵੈਲੋਸਿਟੀ ਇਜ਼ ਦੀ ਮੋਮੈਂਟਮ ਆਫ ਏ ਬੋਡੀ। ਇਹ ਲੀਨੀਅਰ ਮੋਮੈਂਟਮ ਆ। ਇਸ ਤਰੀਕੇ ਦੇ ਨਾਲ ਐਂਗੂਲਰ ਮੋਮੈਂਟਮ ਵੀ ਹੁੰਦੀ ਆ। ਜਦੋਂ ਬੋਡੀ ਰੋਟੇਸ਼ਨਲ ਮੋਸ਼ਨ ਕਰਦੀ ਹੋਵੇ, ਸਰਕੂਲਰ ਮੋਸ਼ਨ ਕਰਦੀ ਹੋਵੇ, ਮਤਲਬ ਜੇਕਰ ਬੋਡੀ ਸਟਰੇਟ ਲਾਈਨ 'ਚ ਚੱਲਦੀ ਆ ਤਾਂ ਉਹਦੀ ਮੋਮੈਂਟਮ P ਇਜ਼ ਇਕੁਅਲ ਟੂ M ਇਨਟੂ V, ਇਹਨੂੰ ਲੀਨੀਅਰ ਮੋਮੈਂਟਮ ਕਹਿੰਦੇ ਆ। ਪਰ ਜੇਕਰ ਬੋਡੀ ਸਰਕਲ 'ਚ ਘੁੰਮਦੀ ਹੋਵੇ, ਜਿਵੇਂ ਆਪਾਂ ਇੱਕ ਰੱਸੀ ਦੇ ਨਾਲ ਬੰਨ੍ਹ ਕੇ ਕਿਸੇ ਪੱਥਰ ਨੂੰ ਘੁਮਾਉਣ ਲੱਗ ਜਾਂਦੇ ਆ, ਤਾਂ ਉਹਦੀ ਮੋਮੈਂਟਮ ਕਿਹੜੀ ਹੁੰਦੀ ਆ? ਐਂਗੂਲਰ ਮੋਮੈਂਟਮ। ਤਾਂ ਐਂਗੂਲਰ ਮੋਮੈਂਟਮ ਹੈ ਜਿਹੜੀ, ਉਹਦਾ ਸਿੰਬਲ ਹੈ ਸਾਡੇ ਕੋਲੇ L, ਅਤੇ ਉਹਦੀ ਵੈਲਿਊ ਹੁੰਦੀ ਆ MV ਤੇ R। ਹੁਣ ਇਹ ਵੀ ਕੰਜ਼ਰਵਡ ਹੈ। ਮੋਮੈਂਟਮ ਆਫ ਏ ਆਈਸੋਲੇਟਡ ਬੋਡੀ ਇਜ਼ ਆਲਵੇਜ਼ ਕੰਜ਼ਰਵਡ। ਐਗਜ਼ਾਮਪਲ, ਆਪਾਂ ਇਹ ਪੜ੍ਹਿਆ ਸੀ, ਪ੍ਰੋਟੋਨ, ਨਿਊਟਰੋਨ ਨਿਊਕਲੀਅਸ ਦੇ ਵਿੱਚ ਨੇ, ਇਲੈਕਟ੍ਰੋਨ ਜਿਹੜੇ ਆ ਸਪੈਸੀਫਾਈਡ ਔਰਬਿਟਸ ਦੇ ਵਿੱਚ ਘੁੰਮਦੇ ਨੇ। ਹੁਣ ਸਪੈਸੀਫਾਈਡ ਔਰਬਿਟਸ ਨੇ ਜਿਹੜੇ, ਸਪੈਸੀਫਾਈਡ ਔਰਬਿਟ ਕਿਹੜੇ ਹੋ ਸਕਦੇ ਆ? ਜਿਨ੍ਹਾਂ ਦੀ ਐਂਗੂਲਰ ਮੋਮੈਂਟਮ ਇੱਕ ਖਾਸ ਵੈਲਿਊ ਹੋਵੇ। ਜਿੱਥੇ ਐਂਗੂਲਰ ਮੋਮੈਂਟ, ਕਿਉਂਕਿ ਐਂਗੂਲਰ ਮੋਮੈਂਟਮ ਡਿਪੈਂਡ ਕਿਸ ਤੇ ਚੀਜ਼ ਤੇ ਕਰਦੀ ਆ? ਰੇਡੀਅਸ ਤੇ, ਸਰਕਲ ਦੇ ਰੇਡੀਅਸ ਤੇ। ਵੈਲੋਸਿਟੀ ਉਹਦੀ ਉਨੀ ਹੋਏਗੀ। ਤਿੰਨੇ ਚੀਜ਼ਾਂ ਇਸ ਤਰੀਕੇ ਨਾਲ, ਮਾਸ ਤਾਂ ਚੇਂਜ ਨਹੀਂ ਹੁੰਦਾ, ਵੈਲੋਸਿਟੀ ਤੇ ਰੇਡੀਅਸ ਇਸ ਤਰੀਕੇ ਨਾਲ ਐਡਜਸਟ ਹੋਣਗੇ ਵੀ ਉਹਨਾਂ ਦੀ ਐਲ ਆ ਜਿਹੜੀ ਉਹ ਫਿਕਸਡ ਰਹੇ। ਕਿੰਨੀ ਐਲ ਹੋਊਗੀ ਉਹ ਤੁਸੀਂ ਅਗਲੇ ਜਾ ਕੇ ਅਗਲੀ ਕਲਾਸ 'ਚ ਪੜ੍ਹੋਗੇ। ਬੋਹਰ ਨੇ ਸਾਨੂੰ ਇਹ ਥਿਊਰੀ ਦਿੱਤੀ ਸੀ। ਸੋ ਬੇਟੇ ਅੱਜ ਆਪਾਂ 3 ਲਾਅ ਪੜ੍ਹੇ ਨੇ ਕੰਜ਼ਰਵੇਸ਼ਨ ਦੇ। ਫਸਟ ਇਜ਼ ਲਾਅ ਆਫ ਕੰਜ਼ਰਵੇਸ਼ਨ ਆਫ ਚਾਰਜ, ਜਿਹਦੇ ਵਿੱਚ ਆਪਾਂ ਪੜ੍ਹਿਆ ਵੀ ਚਾਰਜ ਆ ਜਿਹੜਾ ਉਹ ਕੰਜ਼ਰਵ ਰਹਿੰਦਾ। ਫਿਰ ਆਪਾਂ ਪੜ੍ਹਿਆ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ, એનર્ਜੀ ਆਫ ਦੀ ਹੋਲ ਯੂਨੀਵਰਸ ਰਿਮੇਨਸ ਕੰਜ਼ਰਵਡ। ਇਹ ਲਾਅ ਆਫ ਥਰਮੋਡਾਇਨਾਮਿਕਸ ਦਾ ਵੀ ਬੇਸਿਸ ਆ। ਫਸਟ ਲਾਅ ਆਫ ਥਰਮੋਡਾਇਨਾਮਿਕਸ ਇਹਦੇ ਬੇਸ 'ਤੇ ਹੀ ਆ। ਤੀਸਰਾ ਅਸੀਂ ਪੜ੍ਹਿਆ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਮੋਮੈਂਟਮ ਦੇ ਕੰਜ਼ਰਵ ਹੋਣ ਕਰਕੇ ਹੀ ਸਾਡਾ ਰੌਕਟ ਆ ਜਿਹੜਾ ਉੱਪਰ ਨੂੰ ਚਲਾ ਜਾਂਦਾ। ਮੋਮੈਂਟਮ ਦੇ ਕੰਜ਼ਰਵੇਸ਼ਨ ਕਰਕੇ ਹੀ ਜਦੋਂ ਅਸੀਂ ਬੋਟ ਦੇ ਵਿੱਚੋਂ ਛਾਲ ਮਾਰਨ ਲੱਗਦੇ ਹਾਂ ਤਾਂ ਬੋਟ ਪਿੱਛੇ ਨੂੰ ਚਲੀ ਜਾਂਦੀ ਹੈ। ਸੋ ਇਹ ਕੁਝ ਚੀਜ਼ਾਂ ਜਿਹੜੀਆਂ ਆਪਾਂ ਅੱਗੇ ਕੋਰਸ ਦੇ ਵਿੱਚ ਜਾ ਕੇ ਡਿਟੇਲ 'ਚ ਵੀ ਪੜ੍ਹਾਂਗੇ। ਤਾਂ ਮੋਮੈਂਟਮ ਦੇ ਕਰਕੇ ਹੀ ਸਾਡੀ ਧਰਤੀ ਜਦੋਂ ਸੂਰਜ ਦੇ ਨੇੜੇ ਹੁੰਦੀ ਆ ਤਾਂ ਉਹਦੀ ਜਿਹੜੀ ਸਪੀਡ ਆ ਉਹ ਤੇਜ਼ ਹੋ ਜਾਂਦੀ ਆ ਅਰਾਊਂਡ ਸਨ, ਅਤੇ ਜਦੋਂ ਦੂਰ ਜਾਂਦੀ ਆ ਤਾਂ ਉਦੋਂ ਉਹਦੀ ਸਪੀਡ ਘਟ ਜਾਂਦੀ ਆ। ਕਿਉਂ? R ਵੱਧਦਾ ਹੈ ਤਾਂ V ਘਟ ਜਾਊਗੀ, ਸੋ ਦੈਟ L ਰਿਮੇਨਸ ਕੌਨਸਟੈਂਟ। ਜੇ ਇੱਥੇ ਸਾਡੇ ਕੋਲੇ V ਹੈ ਅਤੇ ਮਾਸ ਤਾਂ ਕੰਜ਼ਰਵਡ ਹੈ, ਅਤੇ ਇਹ ਜਾਂ ਤਾਂ 4 ਗੁਣਾ 5 ਹੋ ਸਕਦਾ ਹੈ, ਅਤੇ ਜੇਕਰ 5 ਵੱਧ ਕੇ 10 ਹੋ ਜਾਵੇ ਤਾਂ ਇੱਥੇ ਆਹ ਚੀਜ਼ ਕੀ ਹੋ ਜਾਊਗੀ? ਘਟ ਜਾਊਗੀ, ਸੋ ਦੈਟ ਆਹ V ਹੋਈ ਰਵੇ। ਤਾਂ ਇਹਦਾ ਮਤਲਬ V ਅਤੇ R ਦੀ ਮਲਟੀਪਲੀਕੇਸ਼ਨ ਡਿਟਰਮਿਨ ਕਰਦੀ ਆ L ਕਿੰਨਾ ਹੋਏਗਾ। ਸੋ ਇਸ ਕਰਕੇ ਇਹ ਤਿੰਨੇ ਲਾਜ਼ ਬੇਟੇ ਬੜੇ ਇੰਪੋਰਟੈਂਟ ਨੇ। ਕੁਦਰਤ ਦੇ ਵਿੱਚ ਪਹਿਲਾਂ ਹੀ ਨੇ, ਇਨਸਾਨ ਨੇ ਆ ਕੇ ਲੱਭੇ ਆ ਸਿਰਫ। ਪਰ ਜਦੋਂ ਅਸੀਂ ਲੱਭਦੇ ਹਾਂ, ਜਿਹੜੇ ਬੰਦੇ ਵੀ ਲੱਭਦਾ ਹੈ ਤਾਂ ਉਹਦਾ ਨਾਂ ਉਹਦੇ ਨਾਲ ਜੁੜ ਜਾਂਦਾ ਹੈ। ਸੋ ਜਿਵੇਂ ਆਇਨਸਟਾਈਨ ਨੇ ਸਾਨੂੰ
ਦੱਸਿਆ, ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਉਹਨਾਂ ਨੇ ਯੂਨੀਫਾਈਡ ਕਰਤਾ। ਤੋ ਜਿਹੜੇ ਵੀ ਸਾਇੰਟਿਸਟ ਨੇ ਉਹਦਾ ਲੱਭਿਆ ਤੇ ਸਾਨੂੰ ਦੱਸਿਆ ਬਾਕੀ ਜਨਤਾ ਨੂੰ, ਤਾਂ ਉਹ ਉਹਦੇ ਨਾਂ ਦੇ ਨਾਲ ਨਾਂ ਨੂੰ ਆਪਾਂ ਜਾਣਦੇ ਆ। ਨਿਊਟਨਸ ਲਾ ਆਫ ਗ੍ਰੈਵੀਟੇਸ਼ਨ, ਆਇਨਸਟਾਈਨਸ ਲਾ ਆਫ ਮਾਸ ਐਂਡ એનર્ਜੀ, ਉਹ ਸਾਰੇ ਲਾ। ਸੋ ਇਸ ਲਈ ਤੁਸੀਂ ਹੁਣ ਇਹ ਕੱਲ੍ਹ ਵਾਲੇ ਲੈਕਚਰ ਦੀਆਂ ਚਾਰੇ ਫੋਰਸਿਸ ਤੇ ਤਿੰਨੇ ਇਹ ਕੰਜ਼ਰਵੇਸ਼ਨ ਲਾਜ਼, ਇਹਨਾਂ ਨੂੰ ਬੇਟੇ ਅੱਛੀ ਤਰੀਕੇ ਦੇ ਨਾਲ ਲਿਖ ਕੇ ਯਾਦ ਕਰਨਾ ਹੈ। ਫਿਰ ਇਸ ਚੈਪਟਰ ਤੋਂ ਬਾਅਦ ਤੁਹਾਨੂੰ ਮੈਂ ਕੁਐਸਚਨੇਅਰ ਦੇਵਾਂਗਾ ਤੇ ਉਹ ਤੁਸੀਂ ਫਿਰ ਮੈਨੂੰ ਸੋਲਵ ਕਰਕੇ ਭੇਜੋਗੇ। ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦਾ ਲੈਕਚਰ ਅੱਛਾ ਲੱਗਿਆ ਹੋਵੇਗਾ। ਥੈਂਕ ਯੂ ਵੈਰੀ ਮਚ।